ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਕਰਨਾ ਹੈ ਨੈਸ਼ਨਲ ਐਜੂਕੇਸ਼ਨ ਪਾਲਿਸੀ 1968। ਤਾਂ ਇਹ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ 1968 ਹੈ, ਤਾਂ ਇਹ ਇਤਿਹਾਸ ਦੇ ਵਿੱਚ ਪਹਿਲੀ ਜਿਹੜੀ ਅਜਿਹੀ ਨੀਤੀ ਹੈ ਜਿਸ ਦੇ ਵਿੱਚ ਜਿਹੜੀ ਸਿੱਖਿਆ ਹੈ ਉਸ ਦੇ ਸੰਬੰਧੀ ਜਿਹੜੀ ਗੱਲਬਾਤ ਹੈ ਉਹ ਵਿਆਪਕ ਪੱਧਰ 'ਤੇ ਹੋਈ ਹੈ। ਇੱਕ ਸੰਸਦੀ ਕਮੇਟੀ ਨੇ ਇੱਕ ਸਲਾਹ ਮਸ਼ਵਰੇ ਅਤੇ ਰਿਪੋਰਟ ਦੇ ਆਧਾਰ 'ਤੇ ਕੁਝ ਮਹੱਤਵਪੂਰਨ ਸੁਝਾਅ ਦਿੱਤੇ ਨੇ। ਇਸ ਨੂੰ ਸੈਂਟਰਲ ਐਡਵਾਈਜ਼ਰੀ ਬੋਰਡ ਆਫ ਐਜੂਕੇਸ਼ਨ ਐਂਡ ਯੂਨੀਵਰਸਿਟੀ ਦੇ ਜਿਹੜੇ ਵਾਈਸ ਚਾਂਸਲਰ ਨੇ ਅਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ। ਇਸ ਪ੍ਰਕਾਰ ਅਨੇਕਾਂ ਪੱਧਰਾਂ 'ਤੇ ਗੱਲਬਾਤ ਹੋਣ ਤੋਂ ਮਗਰੋਂ 1968 ਵਿੱਚ ਕੈਬਨਿਟ ਵਿੱਚ ਜਿਹੜੀ ਇਹ ਰਾਸ਼ਟਰੀ ਸਿੱਖਿਆ ਨੀਤੀ ਹੈ ਇਸ ਨੂੰ ਪਾਸ ਕੀਤਾ ਗਿਆ। ਤਾਂ ਇਹ 1968 ਦੀ ਇਹ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੈ ਇਸ ਨੂੰ ਪਹਿਲੀ ਜਿਹੜੀ ਭਾਰਤ ਦੀ ਸਿੱਖਿਆ ਸੰਬੰਧੀ ਸੁਤੰਤਰ ਨੀਤੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਤਾਂ ਉਸ ਸਮੇਂ ਸਿੱਖਿਆ ਦਾ ਜਿਹੜਾ ਵਿਸ਼ਾ ਹੈ ਉਹ ਰਾਜ ਸਰਕਾਰ ਦੇ ਅਧੀਨ ਆਉਂਦਾ ਸੀ। ਤਾਂ ਜਿਹੜੀ ਸੈਂਟਰ ਗੌਰਮੈਂਟ ਹੈ ਉਹ ਇਸ ਨੂੰ ਕੇਵਲ ਮਤਲਬ ਕਿ ਜਿਹੜੀ ਵਿੱਤੀ ਸਹਾਇਤਾ ਹੈ ਉਹ ਦਿੰਦੀ ਸੀ। ਤਾਂ ਇਸ ਤਰ੍ਹਾਂ ਇਸ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਕੁਝ ਜਿਹੜੇ ਸੁਝਾਅ ਨੇ, ਸਭ ਤੋਂ ਪਹਿਲਾਂ ਹੈਗਾ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ। ਤਾਂ ਇਸ ਦੇ ਵਿੱਚ ਜਿਹੜੀ ਧਾਰਾ 45 ਦੇ ਅਧੀਨ ਸਿੱਖਿਆ ਨੀਤੀ ਦੇ ਵਿੱਚ ਜਿਹੜੇ 14 ਸਾਲ ਤੱਕ ਦੇ ਲੜਕੇ ਅਤੇ ਲੜਕੀਆਂ ਨੇ ਉਹਨਾਂ ਨੂੰ ਮੁਫਤ ਅਤੇ ਜਿਹੜੀ ਲਾਜ਼ਮੀ ਸਿੱਖਿਆ ਉਹ ਪ੍ਰੋਵਾਈਡ ਕਰਵਾਈ ਜਾਊਗੀ। ਤਾਂ ਸਾਰਿਆਂ ਨੂੰ ਇਕੁਅਲਟੀ ਅਪਰਚੁਨਿਟੀ ਜਿਹੜੀ ਉਹ ਦਿੱਤੀ ਜਾਊਗੀ। ਸਾਰੀਆਂ ਭਾਸ਼ਾਵਾਂ ਦਾ ਵਿਕਾਸ ਅਤੇ ਸੁਰੱਖਿਆ ਹੋਊਗਾ, ਜਿਸ ਵਿੱਚ 3 ਭਾਸ਼ਾਈ ਫਾਰਮੂਲੇ ਨੂੰ ਲਾਗੂ ਕੀਤਾ ਜਾਣਾ ਹੋਊਗਾ। ਤਾਂ ਜਿਸ ਤਰ੍ਹਾਂ ਲੋਕਾਂ ਬੁੱਧੀਜੀਵੀਆਂ ਵਿਚਕਾਰ ਦੂਰੀ ਅਤੇ ਅਸਮਾਨਤਾ ਨੂੰ ਖੇਤਰੀ ਪੱਧਰ 'ਤੇ ਘੱਟ ਕਰਨਾ। ਉਸ ਤੋਂ ਇਲਾਵਾ ਜਿਹੜੀਆਂ ਵਿਸ਼ੇਸ਼ ਸਹੂਲਤਾਂ ਨੇ, ਆਈਡੈਂਟੀਫਿਕੇਸ਼ਨਸ ਆਫ ਗਿਫਟਡ ਚਿਲਡਰਨ, ਭਾਵ ਕਿ ਵੀ ਜਿਹੜੇ ਬੱਚੇ ਪੜ੍ਹਾਈ ਦੇ ਵਿੱਚ ਵਧੀਆ ਨੇ ਉਹਨਾਂ ਨੂੰ ਜਿਹੜੇ ਸਿੱਖਿਆ ਦੇ ਜਿਹੜੇ ਉਚਿਤ ਵਿਵਸਥਾ ਉਹਨਾਂ ਲਈ ਕੀਤੀ ਜਾਊਗੀ। ਨੈਕਸਟ ਹੈ ਕਾਰਜ ਅਨੁਭਵ ਅਤੇ ਰਾਸ਼ਟਰੀ ਸੇਵਾ ਯੋਜਨਾ ਦਾ ਉਪਬੰਧ, ਜਿਸ ਦੇ ਵਿੱਚ ਕੀ ਹੈ ਕਿ ਕਾਰਜ ਅਨੁਭਵ ਪ੍ਰਦਾਨ ਕਰਨ ਵਾਲੀਆਂ ਜਿਹੜੀਆਂ ਮਤਲਬ ਕਿ ਸਹਿਭਾਗੀ ਗਤੀਵਿਧੀਆਂ ਜਿਸ ਦੇ ਵਿੱਚ ਜਿਹੜੇ ਸਟੂਡੈਂਟ ਨੇ ਉਹ ਪਾਰਟੀਸਪੇਟ ਕਰ ਸਕਦੇ ਨੇ। ਖੇਤੀਬਾੜੀ ਅਤੇ ਉਦਯੋਗਾਂ ਨਾਲ ਸੰਬੰਧਿਤ ਸਿੱਖਿਆ ਜਿਹੜੀ ਉਹ ਵਿਦਿਆਰਥੀਆਂ ਨੂੰ ਪ੍ਰੋਵਾਈਡ ਕਰਵਾਈ ਜਾਊਗੀ ਤਾਂ ਕਿ ਉਹ ਸਵੈ ਕੇਂਦਰਿਤ ਹੋ ਕੇ ਆਪਣਾ ਜਿਹੜਾ ਵਿਕਾਸ ਹੈ ਉਹ ਕਰ ਸਕਣ। ਜਿਹੜੀ ਸਾਇੰਸ ਐਜੂਕੇਸ਼ਨ ਐਂਡ ਰਿਸਰਚ, ਜਿਹੜੀ ਸਾਇੰਸ ਦੀ ਸਿੱਖਿਆ ਐਂਡ ਰਿਸਰਚ ਉਸ 'ਤੇ ਉਹਨੂੰ ਵਿਸ਼ੇਸ਼ ਜਿਹੜਾ ਉਤਸ਼ਾਹ ਦਿੱਤਾ ਜਾਣਾ ਚਾਹੀਦਾ। ਅਤੇ ਵਿਗਿਆਨ ਅਤੇ ਗਣਿਤ ਸਿੱਖਿਆ ਨੂੰ 10ਵੀਂ ਜਮਾਤ ਤੱਕ ਲਾਜ਼ਮੀ ਕੀਤਾ ਗਿਆ। ਤਾਂ ਉਸ ਤੋਂ ਅੱਗੇ ਹੈਗਾ ਪ੍ਰੋਡਕਸ਼ਨ ਆਫ ਬੁੱਕਸ, ਜਿਸ ਦੇ ਵਿੱਚ ਵਿਦਿਆਰਥੀ ਆਪਣਾ ਸਾਹਿਤਕ ਵਿਕਾਸ ਜਾਂ ਆਪਣਾ ਜਿਹੜਾ ਐਜੂਕੇਸ਼ਨ ਹੈ ਉਹ ਲੈ ਸਕਦੇ ਨੇ। ਉਸ ਤੋਂ ਇਲਾਵਾ ਹੈਗਾ ਰਿਫਾਰਮ ਇਨ ਐਵੈਲੂਏਸ਼ਨ ਸਿਸਟਮ, ਕਿ ਜਿਹੜਾ ਸੁਧਾਰ ਮਤਲਬ ਕਿ ਜਿਹੜੀ ਪ੍ਰੀਖਿਆ ਪ੍ਰਣਾਲੀ ਹੈ ਉਸ ਦੇ ਵਿੱਚ ਸੁਧਾਰ ਹੋਣਾ। ਉਸ ਤੋਂ ਅੱਗੇ ਹੈਗਾ ਪੇ ਐਂਡ ਟੀਚਿੰਗ ਮੈਥਡਸ, ਕਿ ਅਧਿਆਪਕਾਂ ਦੇ ਜਿਹੜਾ ਵੇਤਨ ਹੈ ਉਸ ਦੇ ਵਿੱਚ ਵਾਧਾ ਹੋਣਾ ਚਾਹੀਦਾ ਹੈ ਤਾਂ ਕਿ ਉਹ ਮਤਲਬ ਕਿ ਆਪਾਂ ਨੂੰ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਪੜ੍ਹਾ ਸਕਣ। ਅਤੇ ਇਸ ਤੋਂ ਇਲਾਵਾ ਉਹਨਾਂ ਨੂੰ ਚੰਗੀ ਯੋਗਤਾ ਦੇਣੀ ਅਤੇ ਉਹਨਾਂ ਨੂੰ ਟ੍ਰੇਨਿੰਗ ਵਗੈਰਾ ਦੀ ਵਿਵਸਥਾ ਜਿਹੜੀ, ਤਾਂ ਕਿ ਉਹ ਵਧੀਆ ਜਿਹੜੇ ਟੀਚਿੰਗ ਮੈਥਡ ਨੇ ਉਹਨਾਂ ਦੇ ਨਾਲ ਬੱਚਿਆਂ ਨੂੰ ਪੜ੍ਹਾ ਸਕਣ। ਤਾਂ ਉਸ ਤੋਂ ਅੱਗੇ ਹੈਗਾ ਰਿਫਾਰਮ ਇਨ ਸੈਕੰਡਰੀ ਐਜੂਕੇਸ਼ਨ। ਸੈਕੰਡਰੀ ਐਜੂਕੇਸ਼ਨ ਦੇ ਵਿੱਚ ਵਿਦਿਆਰਥੀਆਂ ਲਈ ਪ੍ਰੋਫੈਸ਼ਨਲ ਐਂਡ ਜਿਹੜੀ ਉਦਯੋਗਿਕ ਸਿੱਖਿਆ ਉਹ ਦਿੱਤੀ ਜਾਣੀ ਚਾਹੀਦੀ ਹੈ, ਟੈਕਨੀਕਲ ਸਿੱਖਿਆ ਦੇਣੀ ਚਾਹੀਦੀ ਹੈ। ਉਸ ਤੋਂ ਇਲਾਵਾ ਕੁਝ ਹੋਰ ਜਿਹੜੀਆਂ ਸਿਫਾਰਿਸ਼ਾਂ ਨੇ ਯੂਨੀਵਰਸਿਟੀ ਪੱਧਰ 'ਤੇ, ਯੂਨੀਵਰਸਿਟੀ ਅਤੇ ਕਾਲਜਾਂ ਅਤੇ ਪ੍ਰਯੋਗਸ਼ਾਲਾਵਾਂ ਅਤੇ ਖੋਜ ਜਿਹੜੀਆਂ ਸਹੂਲਤਾਂ ਨੇ ਉਹਨਾਂ ਨੂੰ ਦੇ ਵਿੱਚ ਵਾਧਾ ਕਰਨਾ ਅਤੇ ਨਵੀਆਂ ਯੂਨੀਵਰਸਿਟੀਆਂ ਅਤੇ ਕਾਲਜ ਖੋਲ੍ਹਣੇ। ਉਸ ਤੋਂ ਇਲਾਵਾ ਹੈਗਾ ਅੰਸ਼ਕਾਲੀ ਪਾਰਟ ਟਾਈਮ ਸਿੱਖਿਆ ਅਤੇ ਪੱਤਰ ਵਿਹਾਰ ਪਾਠ ਪੁਸਤਕਾਂ, ਕਿ ਬੱਚੇ ਨੇ ਜਿਹੜੇ ਉਹ ਪਾਰਟ ਟਾਈਮ ਜੋਬ ਕਰ ਸਕਣ। ਅਤੇ ਇਸ ਤੋਂ ਇਲਾਵਾ ਜਿਹੜੀ ਪੱਤਰ ਵਿਹਾਰ ਦੀ ਸਿੱਖਿਆ ਹੈ ਉਸ ਨੂੰ ਕਰ ਸਕਣ। ਇਹ ਸਹੂਲਤ ਉੱਚ ਸੈਕੰਡਰੀ ਸਿੱਖਿਆ ਪ੍ਰਾਪਤ ਵਿਦਿਆਰਥੀ ਅਤੇ ਜਿਹੜੇ ਅਧਿਆਪਕ ਉੱਚ ਸਿੱਖਿਆ ਪ੍ਰਾਪਤ ਕਰਨੀ ਚਾਹੁੰਦੇ ਨੇ ਉਹਨਾਂ ਨੂੰ ਇਹ ਜਿਹੜੀ ਸਹੂਲਤ ਉਹ ਦਿੱਤੀ ਗਈ। ਉਸ ਤੋਂ ਇਲਾਵਾ ਆ ਗਿਆ ਸਪੋਰਟਸ ਐਂਡ ਗੇਮਸ, ਕਿ ਵਿਦਿਆਰਥੀ ਨੂੰ ਖੇਡਾਂ ਦੇ ਨਾਲ ਨਾਲ ਸਿੱਖਿਆ ਦੇ ਨਾਲ ਨਾਲ ਪੜ੍ਹਾਈ ਦੇ ਨਾਲ ਨਾਲ ਖੇਡਾਂ ਦੇ ਲਈ ਉਤਸ਼ਾਹਿਤ ਕਰਨਾ। ਅਤੇ ਉਸ ਤੋਂ ਅੱਗੇ ਹੈਗਾ ਸਾਖਰਤਾ ਅਤੇ ਪ੍ਰੌੜ ਸਿੱਖਿਆ ਨੂੰ ਉਤਸ਼ਾਹਿਤ। ਰਾਸ਼ਟਰੀ ਵਿਕਾਸ ਅਤੇ ਉਤਪਾਦਨ ਵਿੱਚ
ਵਾਧੇ ਲਈ ਸਾਖਰਤਾ ਬਹੁਤ ਜ਼ਰੂਰੀ ਹੈ, ਜਿਸ ਦੇ ਨਾਲ ਕਿ ਜਿਹੜੀ ਪੜ੍ਹੇ ਲਿਖਿਆਂ ਦੀ ਜਿਹੜੀ ਸੰਖਿਆ ਉਸ ਨੂੰ ਵਧਾਇਆ ਜਾ ਸਕੇ। ਤਾਂ ਇਸ ਦੇ ਲਈ ਲਾਇਬ੍ਰੇਰੀ ਸਹੂਲਤਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਨੇ ਅਤੇ ਰੇਡੀਓ 'ਤੇ ਪ੍ਰਸਾਰਿਤ ਕਾਰਜਕ੍ਰਮ ਜਿਸ ਦੇ ਵਿੱਚ ਸਿੱਖਿਆ ਜਿਹੜੀ ਉਹ ਦੇਣੀ ਚਾਹੀਦੀ ਹੈ। ਤਾਂ ਉਸ ਤੋਂ ਬਾਅਦ ਹੈਗਾ ਚੇਂਜ ਇਨ ਐਜੂਕੇਸ਼ਨ ਸਟਰਕਚਰ, ਇਸ ਦੇ ਵਿੱਚ ਜਿਹੜਾ ਵਿੱਦਿਅਕ ਜਿਹੜਾ ਸਟਰਕਚਰ ਹੈ ਉਹ 10+2+3 ਦੇ ਆਧਾਰ 'ਤੇ ਹੋਊਗਾ ਅਤੇ ਉਸ ਤੋਂ ਬਾਅਦ ਘੱਟ ਗਿਣਤੀ ਦੇ ਲਈ ਸਿੱਖਿਆ ਦੀ ਜਿਹੜੀ ਵਿਸ਼ੇਸ਼ ਵਿਵਸਥਾ ਹੈ ਉਹ ਕਰਨੀ ਚਾਹੀਦੀ ਹੈ। ਤਾਂ ਰਾਸ਼ਟਰੀ ਸਿੱਖਿਆ ਨੀਤੀ ਹੈ ਤਾਂ ਅਨੇਕਾਂ ਸੁਝਾਵਾਂ ਅਤੇ ਸਿੱਟੇ ਦੇ ਵਜੋਂ ਇਹ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ 1968 ਆਈ ਹੈ, ਪਰ ਇਹ ਰਾਸ਼ਟਰੀ ਸਿੱਖਿਆ ਆਯੋਗ ਦੀ ਤਰ੍ਹਾਂ ਪ੍ਰਭਾਵਿਤ ਨਹੀਂ ਕਰ ਸਕੀ। ਤਾਂ ਰਾਸ਼ਟਰੀ ਸਿੱਖਿਆ ਦੀਆਂ ਨੀਤੀਆਂ ਨੇ ਰਾਸ਼ਟਰੀ ਸਿੱਖਿਆ ਆਯੋਗ ਦੀਆਂ ਸਿਫਾਰਸ਼ਾਂ ਨੂੰ